Who are you? ਜਿਨ੍ਹੇ ਇਹ ਪੁੱਛਿਆ ਹੈ ਉਹਦਾ ਖਿਆਲ ਹੋਵੇਗਾ ਵੀ ਸ਼ਾਇਦ ਮੈਂ ਨਾਰਾਜ਼ ਹੋਊਂਗਾ। ਨਹੀਂ, ਐਸਾ ਨਹੀਂ ਹੈ। ਇਹ ਸਵਾਲ ਪਹਿਲ ਹਰ ਸਰੋਤੇ ਦੇ ਮਨ ਦੇ ਵਿੱਚ ਹੀ ਉੱਠਦਾ ਹੈ। ਜਿਹਨੂੰ ਅਸੀਂ ਸੁਣ ਰਹੇ ਹਾਂ ਉਹ ਕੌਣ ਹੈ? ਜਿਹੜੇ ਪੁਰਾਣੇ ਸਰੋਤੇ ਹਨ, ਧਿਆਨ ਪੂਰਵਕ ਸੁਣਦੇ ਹਨ, ਉਹਨਾਂ ਨੂੰ ਤੇ ਥੋੜ੍ਹਾ ਸਮਝ ਵਿੱਚ ਆਇਆ ਹੈ, ਜਾਂ ਜਿਹੜੇ ਬਾਹਰੋਂ ਮਿਲਦੇ ਵਰਤਦੇ ਹਨ ਉਹਨਾਂ ਨੂੰ ਪਤਾ ਹੈ। ਪਰ ਜਿਹੜੇ ਨਵੇਂ ਸਰੋਤੇ ਸੁਣਦੇ ਹਨ ਉਹਨਾਂ ਨੂੰ ਪਹਿਲ ਖਿਆਲ ਵਿੱਚ ਨਹੀਂ ਆਉਂਦੀ ਹੈ ਗੱਲ। ਫਿਰ ਉਹ ਪੁੱਛਣਾ ਚਾਹੁੰਦੇ ਹਨ। ਤੇ ਪੁੱਛਣਾ ਵੀ ਸੁਭਾਵਿਕ ਹੀ ਹੈ। ਜਿਵੇਂ ਕੋਈ ਯਾਤਰਾ ਕਰ ਰਿਹਾ ਹੋਵੇ ਨਾ, ਤੇ ਜਿਹੜਾ ਨਾਲ ਯਾਤਰਾ ਕਰ ਰਿਹਾ ਹੈ ਕੋਲੇ ਬੈਠਾ ਹੋਇਆ ਸੀਟ ਦੇ, ਅਗਰ ਉਹ ਅਜਨਬੀ ਹੈ ਤਾਂ ਉਹ ਬੜਾ ਬੇਚੈਨ ਰਹਿੰਦਾ ਹੈ। ਫਿਰ ਦੋ ਢੰਗ ਹਨ ਉਹਨੂੰ ਸਮਝਣ ਦੇ। ਇੱਕ ਤੇ ਹੈ ਬਾਹਰ ਪਹਿਰਾਵੇ ਤੋਂ ਸਮਝਿਆ ਜਾਵੇ, ਮਾਰਕਾ ਕਿਹੜਾ ਹੈ। ਸਿੱਖ ਵਾਲੇ ਕੱਪੜੇ ਪਾਏ ਹਨ, ਸਿੱਖਾਂ ਵਾਲੇ ਤੇ ਸਿੱਖ ਹੋ ਸਕਦਾ ਹੈ। ਹਿੰਦੂਆਂ ਵਾਲੇ ਕੱਪੜੇ ਪਾਏ ਹਨ ਤੇ ਹਿੰਦੂ ਹੋ ਸਕਦਾ ਹੈ। ਮੁਸਲਮਾਨਾਂ ਵਾਲੇ ਪਾਏ ਹਨ, ਜਾਂ ਕੋਈ ਕਰਾਸ ਲਟਕਾਇਆ ਹੋਇਆ ਹੈ, ਕੋਈ ਨਾ ਕੋਈ ਚਿੰਨ੍ਹ ਬਾਹਰ ਦਿਖਾਈ ਦੇਵੇ ਤੇ ਫਿਰ ਆਦਮੀ ਸਿਆਣਦਾ ਹੈ। ਕਿਉਂਕਿ ਬਾਹਰੋਂ ਦੇਖ ਕੇ ਹੀ ਆਦਮੀ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ। ਜਿਵੇਂ ਪਿੱਛੇ ਟੀਵੀ 'ਤੇ ਵਿਚਾਰ ਚੱਲ ਰਹੀ ਸੀ ਨਾ, ਉਦੋਂ ਮੈਨੂੰ ਬਹੁਤੇ ਸਰੋਤਿਆਂ ਦੇ ਟੈਲੀਫੋਨ ਆਉਂਦੇ ਸਨ ਵੀ ਬਾਹਰੋਂ ਦੇਖਣ ਤੇ ਤੁਸੀਂ ਸਿੱਖ ਲੱਗਦੇ ਹੋ, ਪਰ ਕਕਾਰ ਨਹੀਂ ਪਾਏ ਹੋਏ ਹਨ। ਤੇ ਕਈ ਦੇਖਦੇ ਸਨ ਗੌਰ ਦੇ ਨਾਲ, ਅਗਰ ਕਕਾਰ ਨਹੀਂ ਪਾਏ ਹੋਏ ਤੇ ਅਸੀਂ ਨਹੀਂ ਸੁਣਨਾ ਹੈ, ਇਹ ਸਾਡੇ ਧਰਮ ਦਾ ਨਹੀਂ ਹੈ। ਤੇ ਕਈਆਂ ਨੇ ਤਾਂ ਮੈਨੂੰ ਸੁਝਾਅ ਵੀ ਦਿੱਤੇ ਸਨ ਉਸ ਸਮੇਂ ਵੀ ਤੁਸੀਂ ਬਾਹਰੋਂ ਜਿਸ ਤਰ੍ਹਾਂ ਦੇ ਸਿੱਖ ਚਾਹੁੰਦੇ ਹਨ ਨਾ, ਵੈਸੇ ਪਹਿਰਾਵਾ ਪਹਿਨ ਲਓ, ਕਕਾਰ ਪਾ ਲਓ, ਤੇ ਤੁਹਾਨੂੰ ਸਿੱਖ ਹੱਥਾਂ 'ਤੇ ਚੱਕਣਗੇ, ਬਹੁਤ ਇੱਜ਼ਤ ਮਾਣ ਕਰਨਗੇ। ਕਿਉਂਕਿ ਤੁਹਾਡੇ ਬੋਲਾਂ ਦੇ ਵਿੱਚ ਪ੍ਰਭਾਵ ਹੈ, ਅਸਰ ਹੈ। ਤੇ ਮੈਂ ਉਹਨਾਂ ਨੂੰ ਕਹਿੰਦਾ ਸੀ ਵੀ ਮੈਂ ਬਾਹਰ ਪਹਿਰਾਵੇ ਨਾਲ ਥੋੜ੍ਹੀ ਜੋੜਨਾ ਹੈ ਉਹਨਾਂ ਨੂੰ, ਨਾ ਮੈਂ ਜੋੜਦਾ, ਨਾ ਮੈਂ ਕਿਸੇ ਨੂੰ ਕਹਿੰਦਾ ਵੀ ਮੇਰੇ ਵਰਗੇ ਬਾਹਰੋਂ ਹੋ ਜਾਓ। ਨਹੀਂ, ਮੈਂ ਤੇ ਮੂਲ ਦੇ ਨਾਲ ਜੋੜਦਾ। ਇਸ ਕਰਕੇ ਮੈਂ ਬਾਹਰ ਦੀ ਗੱਲ ਵੀ ਨਹੀਂ ਕਰਦਾ, ਨਾ ਕਿਸੇ ਨੂੰ ਪੁੱਛਦਾ ਹਾਂ ਕਿ ਇਹਦਾ ਕੀ ਧਰਮ ਹੈ, ਕੀ ਜਾਤੀ ਹੈ। ਜਾਤ ਕਿਉਂ ਪੁੱਛਣੀ ਹੈ? ਜਿਹੜਾ ਜਾਤ ਪਾਤ ਹੀ ਪੁੱਛ ਰਿਹਾ ਹੈ ਉਹ ਧਾਰਮਿਕ ਤੇ ਹੈ ਹੀ ਨਹੀਂ। ਉਹ ਤੇ ਬਾਹਰ ਹੀ ਦੇਖ ਰਿਹਾ ਹੈ ਨਾ। ਤੇ ਜਾਣਾ ਤੇ ਅੰਦਰ ਨੂੰ ਹੈ।
ਤੇ ਬਾਹਰੋਂ ਗੱਲਬਾਤ ਦੁਆਰਾ ਵੀ ਕਿਸੇ ਨੂੰ ਸਮਝ ਵਿੱਚ ਨਹੀਂ ਆਉਂਦੀ ਹੈ ਗੱਲ, ਉਹ ਫਿਰ ਪੁੱਛਦੇ ਹਨ ਵੀ ਤੁਹਾਡੀ ਸਾਖਾ ਕਿਹੜੀ ਹੈ। ਅਕਸਰ ਬਾਹਰ ਭਰਮ ਕਰਦੇ ਸਮੇਂ ਸਾਧੂ ਮਹਾਤਮਾ ਵੀ ਇਹ ਪੁੱਛਦੇ ਹਨ। ਉਹਨਾਂ ਦਾ ਛੁਟਕਾਰਾ ਵੀ ਨਹੀਂ ਹੁੰਦਾ ਹੈ ਸਾਖਾ, ਉਹ ਵੀ ਸਾਖਾ ਤੇ ਹੀ ਬੈਠੇ ਰਹਿੰਦੇ ਹਨ। ਤੇ ਜਿਹੜਾ ਮੂਲ ਨੂੰ ਜਾਣ ਲੈਂਦਾ ਹੈ ਨਾ, ਉਹ ਫਿਰ ਸਾਖਾਵਾਂ ਨੂੰ ਛੱਡ ਦਿੰਦਾ ਹੈ, ਟਾਹਣੀਆਂ ਨੂੰ ਛੱਡ ਦਿੰਦਾ ਹੈ। ਕਹਿੰਦੇ ਪੱਤੇ ਸਾਰੇ ਮਨੁੱਖ ਹਨ, ਕ੍ਰਿਸ਼ਨ ਨੇ ਕਿਹਾ ਹੈ। ਸਾਖਾ ਜਿਹੜੀਆਂ ਟਾਹਣੀਆਂ ਹਨ, ਇਹ ਧਰਮ ਹਨ ਜਿਹੜੇ ਬਾਹਰੀ ਹਨ। ਤੇ ਉਹਨਾਂ ਸਾਖਾਵਾਂ ਦੁਆਰਾ ਮੂਲ ਦੇ ਨਾਲ ਜੁੜਨਾ ਹੈ, ਕਿਉਂਕਿ ਜਿੰਨੀਆਂ ਵੀ ਸਾਖਾਵਾਂ ਹਨ ਉਹ ਸਾਰੀਆਂ ਮੂਲ ਤੋਂ ਹੀ ਪੈਦਾ ਹੋਈਆਂ ਹਨ, ਭਾਵੇਂ ਹਿੰਦੂ ਹਨ, ਸਿੱਖ ਹਨ, ਈਸਾਈ ਹਨ। ਪਰ ਧਾਰਮਿਕ ਲੋਕ ਸਾਖਾਵਾਂ ਨੂੰ ਨਹੀਂ ਛੱਡਦੇ ਹਨ, ਉਹਨਾਂ ਨੂੰ ਫੜ ਕੇ ਬੈਠ ਜਾਂਦੇ ਹਨ। ਫਿਰ ਜਿਹੜੀ ਸਾਖਾ ਤੇ ਬੈਠੇ ਹਨ, ਉਸੇ ਸਾਖਾ ਦੀ ਉਸਤਤ ਕਰਦੇ ਹਨ, ਉਹਨੂੰ ਹੀ ਮਹਾਨ ਕਹਿੰਦੇ ਹਨ। ਜਿਹੜੇ ਮਾਰਗ ਤੇ ਚੱਲ ਰਹੇ ਹਨ, ਜਿਹੜੇ ਪੰਥ ਦੇ ਵਿੱਚ ਹਨ, ਉਹ ਪੰਥ ਸ੍ਰੇਸ਼ਟ ਹੈ ਤੇ ਬਾਕੀ ਸਭ ਵਿਅਰਥ ਹਨ। ਤਾਂ ਵੀ ਤੁਸੀਂ ਸਿਆਣ ਲੈਂਦੇ ਹੋ ਵੀ ਜਿਹੜੇ ਧਰਮ ਦੀ ਇਹ ਉਸਤਤ ਕਰ ਰਿਹਾ ਹੈ ਬੰਦਾ, ਇਹ ਉਸੇ ਧਰਮ ਦਾ ਹੀ ਹੋਵੇਗਾ, ਇਹੋ ਖਿਆਲ ਹੁੰਦਾ ਹੈ ਨਾ। ਜਿਹੜੀ ਧਰਮ, ਜਿਹੜੀ ਪਰੰਪਰਾ ਦੇ ਵਿੱਚ ਇਹ ਪੈਦਾ ਹੋਇਆ ਹੈ, ਉਸੇ ਦੀ ਹੀ ਸ਼ਲਾਘਾ ਕਰਦਾ, ਉਸੇ ਦੇ ਨਿਯਮ ਨੂੰ ਮੰਨਦਾ ਹੈ, ਉਸੇ ਮਰਿਆਦਾ ਨੂੰ ਹੀ ਗਾਂ ਪ੍ਰਚਾਰਿਤ ਕਰ ਰਿਹਾ ਹੈ, ਤੇ ਉਸੇ ਮਰਿਆਦਾ ਨੂੰ ਹੀ ਆਪ ਪਾਲਦਾ ਹੈ। ਤੇ ਜਿਹੜੇ ਸੁਣਨ ਵਾਲੇ ਹਨ, ਸਰੋਤੇ ਹਨ, ਉਹ ਸਮਝ ਜਾਂਦੇ ਹਨ ਵੀ ਜਿਹੜੇ ਧਰਮ ਦੇ ਨਿਯਮ ਨੂੰ, ਮਰਿਆਦਾ ਨੂੰ ਮੰਨਦਾ ਹੈ, ਜਿਹੜੇ ਧਰਮ ਦੇ ਕਰਮਾਂ ਨੂੰ ਕਰਦਾ ਹੈ, ਉਸੇ ਧਰਮ ਦਾ ਹੀ ਹੋਵੇਗਾ ਨਾ। ਪਰ ਜਿਹੜਾ ਕਿਸੇ ਵੀ ਧਰਮ ਦੇ ਕਰਮ ਨੂੰ ਨਹੀਂ ਕਰਦਾ ਹੈ, ਕਿਸੇ ਵੀ ਧਰਮ ਦੀ ਮਰਿਆਦਾ ਨੂੰ ਨਹੀਂ ਮੰਨਦਾ ਹੈ, ਉਹਨੂੰ ਤੁਸੀਂ ਕਿਵੇਂ ਸਮਝੋਗੇ? ਉਹਨੂੰ ਸਮਝਣਾ ਤੇ ਬਹੁਤ ਔਖਾ ਹੈ ਨਾ। ਇਸੇ ਕਰਕੇ ਹੀ ਬਾਹਰੀ ਧਾਰਮਿਕ ਲੋਕਾਂ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ ਲੋਕ, ਪਹਿਰਾਵਿਆਂ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ। ਤੇ ਜੇ ਕੋਈ ਕਿਧਰੇ ਵਾਸਤਵਿਕ ਧਰਮ ਦੀ ਗੱਲ ਕਰਦਾ ਹੈ ਨਾ, ਉਹਦੇ ਤੋਂ ਪ੍ਰਭਾਵਿਤ ਨਹੀਂ ਹੁੰਦੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿਸੇ ਧਰਮ ਦਾ ਹੀ ਨਹੀਂ ਹੈ, ਤੇ ਇਹਦੇ ਨਾਲ ਜੁੜ ਕੇ ਅਸੀਂ ਵੀ ਡੁੱਬਾਂਗੇ ਨਾ। ਹੁਣ ਜਿਵੇਂ ਕਬੀਰ ਜੀ ਸਨ ਉਸ ਸਮੇਂ, ਤੇ ਨਾ ਉਹ ਹਿੰਦੂਆਂ ਦੇ ਵਿੱਚ ਗਿਣੇ ਜਾਂਦੇ ਸਨ, ਨਾ ਮੁਸਲਮਾਨਾਂ ਦੇ ਵਿੱਚ ਆਉਂਦੇ ਸਨ, ਤੇ ਉਹਨਾਂ ਦੇ ਨਾਲ ਜੁੜਨਾ ਤੇ ਬਹੁਤ ਔਖਾ ਹੋਵੇਗਾ। ਬ੍ਰਾਹਮਣਾਂ ਦੇ ਨਾਲ ਤੇ ਹਿੰਦੂ ਜੁੜ ਜਾਂਦੇ ਸਨ, ਮੌਲਵੀ ਦੇ ਨਾਲ ਮੁਸਲਮਾਨ ਜੁੜ ਜਾਂਦੇ ਸਨ, ਪਰ ਕਬੀਰ ਜੀ ਦੇ ਨਾਲ ਕੌਣ ਜੁੜੇ? ਕਿਉਂਕਿ ਜਿਹੜਾ ਕਿਸੇ ਡਾਲ ਤੇ ਹੀ ਨਹੀਂ ਬੈਠਾ, ਸਾਖਾ ਤੇ ਹੀ ਨਹੀਂ ਬੈਠਾ, ਜਿਹੜਾ ਮੂਲ 'ਚ ਪਹੁੰਚ ਗਿਆ ਹੈ ਤੇ ਮੂਲ ਦੀ ਗੱਲ ਕਰਦਾ ਹੈ। ਹੁਣ ਕਬੀਰ ਜੀ ਇਹ ਨਹੀਂ ਕਹਿ ਰਹੇ ਹਨ ਤੁਸੀਂ ਹਿੰਦੂ ਹੋ ਜਾਓ, ਨਾ ਕਹਿ ਰਹੇ ਹਨ ਮੁਸਲਮਾਨ ਹੋ ਜਾਓ, ਉਹ ਤਾਂ ਸਿੱਧੀ ਮੂਲ ਦੀ ਗੱਲ ਕਰਦੇ ਹਨ ਨਾ। ਤੇ ਜਿਹੜਾ ਮੂਲ ਦੀ ਗੱਲ ਕਰਦਾ ਹੈ ਨਾ,
ਉਹ ਸਮਝ ਵਿੱਚ ਨਹੀਂ ਆਉਂਦਾ ਹੈ ਵੀ ਇਹ ਕੌਣ ਹੈ। ਨਾ ਹੀ ਕਿਸੇ ਧਰਮ ਦੀ ਖਾਸ ਸ਼ਲਾਘਾ ਕਰਦਾ ਹੈ, ਉਸਤਤ ਕਰਦਾ ਹੈ। ਜੋ ਜੋ ਵਾਸਤਵਿਕ ਹੈ ਧਰਮ ਦੇ ਵਿੱਚ ਉਹ ਦੱਸਦਾ ਹੈ, ਤੇ ਬਾਹਰੀ ਧਰਮਾਂ ਦੇ ਸਾਰੇ ਪਖੰਡਾਂ ਦਾ ਉਹ ਖੰਡਨ ਕਰਦਾ ਹੈ। ਤੇ ਉਹਨੂੰ ਸਮਝਣਾ ਤੇ ਬੜਾ ਕਠਿਨ ਹੈ ਨਾ। ਤੇ ਗੱਲਬਾਤ ਦੇ ਨਾਲ ਵੀ ਸਮਝ ਵਿੱਚ ਨਹੀਂ ਆਵੇਗਾ, ਆ ਨਹੀਂ ਸਕਦਾ। ਤੁਸੀਂ ਚੱਲੋਗੇ ਤਾਂ ਹੀ ਸਮਝ ਵਿੱਚ ਆਵੇਗਾ। ਅਗਰ ਮੈਂ ਦੱਸ ਵੀ ਦੇਵਾਂ ਤਾਂ ਵੀ ਸਮਝ ਵਿੱਚ ਥੋੜ੍ਹੀ ਆਵੇਗਾ। ਹੁਣ ਜਿਹੜਾ ਇਹ ਧਰਮ ਹੈ, ਜਿਹਨੂੰ ਤੁਸੀਂ ਧਰਮ ਕਹਿੰਦੇ ਹੋ, ਇਹ ਸਿਰਫ ਇੱਕ ਸਿਖਾਵਨ ਹੈ। ਸਿੱਖਾਂ ਦੇ ਘਰ ਪੈਦਾ ਹੋਇਆ ਬੱਚਾ ਤੇ ਸਿੱਖ ਧਰਮ ਬਾਰੇ ਸਿਖਾਇਆ ਜਾਂਦਾ ਹੈ, ਉਹਨੂੰ ਸਮਝਾਇਆ ਜਾਂਦਾ ਹੈ, ਸਾਰੀ ਸਿੱਖਿਆ ਦਿੱਤੀ ਜਾਂਦੀ। ਬੜਾ ਜ਼ੋਰ ਲਾਉਂਦੇ ਹਨ ਧਾਰਮਿਕ ਲੋਕ, ਛੋਟੇ ਛੋਟੇ ਬੱਚਿਆਂ ਨੂੰ ਹੀ ਪਾਠ ਸਿਖਾ ਰਹੇ ਹਨ, ਧਾਰਮਿਕ ਕਰਮ ਕਾਂਡ ਸਿਖਾਉਂਦੇ ਹਨ, ਪੱਕੇ ਕਰ ਦਿੰਦੇ ਹਨ। ਤੋ ਸਾਰੇ ਧਰਮ ਕਰਮ ਉਹ ਵਿਚਾਰ ਜਿਹੜੇ ਹਨ ਉਹ ਮਨ ਦੇ ਵਿੱਚ ਭਰ ਜਾਂਦੇ ਹਨ ਸਿਮਰਤੀ। ਤੋ ਸਿਮਰਤੀ ਦੇ ਵਿੱਚ ਜਿਹੜੇ ਭਰੇ ਹੋਏ ਹਨ ਉਹਨਾਂ ਨੂੰ ਹੀ ਉਹ ਧਰਮ ਸਮਝਦਾ ਹੈ। ਹੁਣ ਜਿਹੜਾ ਛੋਟਾ ਬੱਚਾ ਹੈ ਅਜੇ ਪੈਦਾ ਹੋਇਆ ਹੈ, ਉਹ ਕਿਸੇ ਧਰਮ ਦੇ ਵਿੱਚ ਵੀ, ਕਿਸੇ ਜਾਤੀ ਦੇ ਵਿੱਚ ਵੀ ਪੈਦਾ ਹੋਇਆ ਹੈ, ਉਹ ਹਾਲੇ ਕੁਛ ਵੀ ਨਹੀਂ ਹੈ। ਉਹਨੂੰ ਕਿਸੇ ਹੋਰ ਧਰਮ ਦੇ ਵਿੱਚ ਛੱਡ ਆਓ, ਜੇ ਹਿੰਦੂ ਘਰਾਣੇ ਦੇ ਵਿੱਚ ਪੈਦਾ ਹੋਇਆ ਤੇ ਮੁਸਲਮਾਨ ਘਰਾਣੇ ਦੇ ਵਿੱਚ ਛੱਡ ਆਓ, ਤੇ ਉਹ ਮੁਸਲਮਾਨ ਦੀ ਸਿੱਖਿਆ ਹਾਸਿਲ ਕਰ ਦੂ ਤੇ ਮੁਸਲਮਾਨ ਹੋ ਜਾਊ, ਕਿਉਂਕਿ ਉਹ ਹਾਲੇ ਸ਼ੁੱਧ ਹੈ ਨਾ, ਉਹਦਾ ਮਨ ਨਹੀਂ ਪੈਦਾ ਹੋਇਆ। ਤੇ ਇਹ ਧਰਮ ਹੈ ਮਨ ਦੇ ਤਲ ਤੇ। ਇਹ ਸਿੱਖਿਆਵਾਂ ਸਾਰੀਆਂ ਤੁਹਾਨੂੰ ਯਾਦ ਹੋ ਗਈਆਂ ਹਨ ਮਨ ਦੇ ਤਲ। ਤੁਸੀਂ ਸਮਝ ਲਿਆ ਹੈ ਵੀ ਇਹੋ ਹੀ ਸਾਡਾ ਧਰਮ ਹੈ। ਪਰ ਜਾਣਾ ਹੈ ਮਨ ਤੋਂ ਪਾਰ, ਜਾਣਾ ਹੈ ਬੁੱਧੀ ਤੋਂ ਪਾਰ। ਤੇ ਮਨ ਤੋਂ ਪਾਰ ਉਹ ਹੀ ਜਾ ਸਕਦਾ ਹੈ ਜਿਹੜਾ ਇਹ ਬਾਹਰੀ ਧਰਮ ਕਰਮ ਨੂੰ ਛੱਡਦਾ ਹੈ। ਪਰ ਇਹ ਛੱਡਣੇ ਬੜੇ ਔਖੇ ਆ। ਇਹੋ ਹੀ ਉਹ ਸਮੇਂ ਗੁਰੂ ਨਾਨਕ ਸਾਹਿਬ ਜੀ ਵੀ ਕਹਿੰਦੇ ਹੋਣਗੇ ਨਾ ਹਿੰਦੂਆਂ ਨੂੰ ਵੀ ਤੁਸੀਂ ਆ ਪਹਿਲਾਂ ਬਾਹਰੀ ਕਰਮ ਧਰਮ ਛੱਡੋ, ਸਾਰੇ ਆ ਸ਼ਾਸਤਰ ਵੇਦ ਪੜ੍ਹਨੇ ਸਭ ਛੱਡੋ, ਆਓ ਮੇਰੇ ਕੋਲ, ਮੈਂ ਤੁਹਾਨੂੰ ਸਿੱਧੀ ਜੀ ਗੱਲ ਦੱਸਦਾ ਹਾਂ। ਤੇ ਬੜੇ ਸਿੱਧੀਆਂ ਸਿੱਧੀਆਂ ਗੁਰੂ ਸਾਹਿਬ ਜੀ ਨੇ ਵਿਚਾਰਾਂ ਦੱਸੀਆਂ, ਮਾਰਗ ਦੱਸਿਆ ਹੈ। ਪਰ ਬਾਹਰੀ ਪਹਿਲਾਂ ਛੱਡੋਗੇ ਤਾਂ ਹੀ ਅੰਦਰ ਜਾਓਗੇ ਨਾ। ਅਗਰ ਬਾਹਰੀ ਤੁਸੀਂ ਕਰਦੇ ਰਹੇ ਤੇ ਫਿਰ ਅੰਦਰ ਥੋੜ੍ਹੀ ਜਾਓਗੇ, ਤੇ ਬਾਹਰ ਹੀ ਉਲਝੇ ਰਹੋਗੇ। ਤੇ ਬਾਹਰੀ ਜਿਹੜੇ ਕਰਮ ਧਰਮ ਹਨ ਉਹਨਾਂ ਨੂੰ ਛੱਡ ਕੇ ਅੰਦਰ ਨੂੰ ਜਾਇਆ ਜਾਂਦਾ ਹੈ। ਪਰ ਛੱਡਣੇ ਬਹੁਤ ਔਖੇ ਹਨ। ਜਿਹੜੇ ਵੀ ਧਰਮ 'ਚ ਆਦਮੀ ਪੈਦਾ ਹੋ ਜਾਂਦਾ ਹੈ ਨਾ, ਉਸੇ ਧਰਮ ਦਾ ਮੋਹ ਹੋ ਜਾਂਦਾ ਹੈ, ਕਿਉਂਕਿ ਲਗਾਤਾਰ ਪ੍ਰਚਾਰ ਸੁਣ ਸੁਣ ਕੇ, ਸਿੱਖਿਆਵਾਂ ਸੁਣ ਸੁਣ ਕੇ, ਉਸਤਤ ਸੁਣ ਸੁਣ ਕੇ ਆਦਮੀ ਪ੍ਰਭਾਵਿਤ ਹੋ ਜਾਂਦਾ ਹੈ। ਤੇ ਉਸ ਡਾਲ ਨੂੰ ਨਹੀਂ ਛੱਡਦਾ, ਉਸ ਟਾਹਣੀ ਨੂੰ ਨਹੀਂ ਛੱਡਦਾ ਜਿਹੜੀ ਟਾਹਣੀ 'ਤੇ ਬੈਠਾ ਹੁੰਦਾ। ਫਿਰ ਡਰ ਵੀ ਲੱਗਦਾ ਵੀ ਇਸ ਟਾਹਣੀ ਨੂੰ ਛੱਡ ਦਿੱਤਾ ਤੇ ਫਿਰ ਕੀ ਹੋ, ਕਿਤੇ ਅਵੱਗਿਆ ਨਾ ਹੋ ਜਾਵੇ, ਕਿਤੇ ਗੁਰੂ ਨਾਰਾਜ਼ ਨਾ ਹੋ ਜਾਣ। ਜਿਵੇਂ ਛੋਟਾ ਪੰਛੀ ਦਾ ਬੱਚਾ ਹੈ ਨਾ, ਆਲਣੇ 'ਚੋਂ ਨਿਕਲ ਗਿਆ ਹੈ, ਅਜੇ ਉੱਡਿਆ ਨਹੀਂ, ਟਾਹਣੀ 'ਤੇ ਬੈਠ ਗਿਆ, ਹੁਣ ਡਰਦਾ, ਟਾਹਣੀ ਨੂੰ ਫੜ ਕੇ ਬੈਠਾ ਹੋਇਆ। ਕਈ ਵਾਰ ਕਈ ਪੰਛੀ ਉਹਨੂੰ ਧੱਕਾ ਵੀ ਦਿੰਦੇ ਹਨ ਭੈਭੀਤ।
ਵੀ ਨਾ ਖੰਭ ਖੁੱਲੇ ਨਾ ਉੱਡ ਸਕੇ। ਭਾਵੇਂ ਸਾਹਮਣੇ ਉਹਦੀ ਮਾਂ ਉੱਡ ਰਹੀ ਹੈ ਤਾਂ ਵੀ ਉਹਨੂੰ ਭਰੋਸਾ ਨਹੀਂ ਆਉਂਦਾ ਹੈ ਨਾ। ਇਵੇਂ ਹੀ ਪਹਿਲੇ ਧਾਰਮਿਕ ਆਦਮੀ ਅਗਿਆਤ ਅਣਜਾਣ ਮਾਰਗ 'ਤੇ ਜਾਣਾ ਹੈ, ਅਗਿਆਤ ਵੱਲ ਨੂੰ ਜਾਣਾ ਹੈ ਤੇ ਬਹੁਤ ਕਠਿਨ ਹੈ। ਜਿਹੜਾ ਗਿਆਤ ਹੈ ਉਹਨੂੰ ਸੁਰੱਖਿਅਤ ਸਮਝਦਾ ਹੈ ਵੀ ਇਹ ਸਾਰਾ ਕੁਛ ਜਾਣਦਾ ਹਾਂ ਮੈਂ, ਇਹ ਧਰਮ। ਪਰ ਜਿਹੜਾ ਨਵੀਂ ਗੱਲ ਕੋਈ ਦੱਸ ਰਿਹਾ ਹੈ ਉਹ ਤੇ ਅਗਿਆਤ ਹੈ। ਫਿਰ ਇਹ ਜੇ ਕੋਈ ਇਹ ਟਾਹਣੀ ਨੂੰ ਛੱਡਣ ਨੂੰ ਤਿਆਰ ਹੋ ਜਾਂਦਾ ਹੈ, ਸਾਖਾ ਨੂੰ ਛੱਡਣ ਨੂੰ ਤਿਆਰ ਹੋ ਜਾਂਦਾ ਹੈ ਨਾ, ਉਹ ਜਾਂਦਾ ਹੈ ਮੂਲ ਵੱਲ। ਤੇ ਮੈਂ ਮੂਲ ਦੀ ਹੀ ਗੱਲ ਕਰ ਰਿਹਾ। ਤੇ ਮੈਂ ਐਸਾ ਨਹੀਂ ਕਹਿੰਦਾ ਹਾਂ ਵੀ ਜਿਹੜੀਆਂ ਸਾਖਾਵਾਂ ਹਨ ਉਹ ਬਿਲਕੁਲ ਹੀ ਗਲਤ ਹਨ। ਨਹੀਂ, ਉਹ ਸਾਖਾਵਾਂ ਜੁੜੀਆਂ ਤੇ ਮੂਲ ਦੇ ਨਾਲ ਹੀ ਹਨ। ਪਰ ਸਾਖਾ ਨੂੰ ਛੱਡ ਕੇ ਤੁਸੀਂ ਮੂਲ ਵੱਲ ਆਓਗੇ, ਰਸਤੇ ਨੂੰ ਛੱਡ ਕੇ ਮੰਜ਼ਿਲ ਤੱਕ ਪਹੁੰਚੋਗੇ। ਰਸਤੇ 'ਤੇ ਚੱਲਦੇ ਹੀ ਰਹੇ ਤੇ ਫਿਰ ਰਸਤੇ 'ਤੇ ਹੀ ਚੱਲਦੇ ਰਹੋ, ਮੰਜ਼ਿਲ 'ਤੇ ਕਿਵੇਂ ਪਹੁੰਚੋਗੇ। ਤੇ ਬਾਹਰ ਜੋ ਤੁਸੀਂ ਦੇਖ ਰਹੇ ਹੋ ਨਾ, ਲਹਿਦਾ ਰਸਤੇ ਹਨ, ਪੰਥ ਹਨ, ਮਾਰਗ ਹਨ, ਇਹਨਾਂ ਦੀ ਚਰਚਾ ਹੁੰਦੀ ਹੈ, ਇਹ ਸਮਝ ਵਿੱਚ ਆ ਜਾਂਦੇ ਹਨ। ਪਰ ਜਿਹੜਾ ਕੋਈ ਮੂਲ ਦੀ ਗੱਲ ਕਰਦਾ ਹੈ ਨਾ, ਉਹ ਜਾਣ ਕੇ ਕਰਦਾ ਹੈ। ਫਿਰ ਰਸਤੇ ਹਨ ਪੁਰਾਣੇ ਰਸਤੇ ਤੁਹਾਡੇ ਖਿਆਲ ਵਿੱਚ ਆ ਜਾਂਦੇ। ਤੇ ਜੇ ਕੋਈ ਨਵੀਂ ਗੱਲ ਕਰਦਾ ਹੈ ਤੇ ਉਹ ਸਮਝ ਵਿੱਚ ਨਹੀਂ ਆਉਂਦੀ। ਤੇ ਮੈਂ ਬਿਲਕੁਲ ਹੀ ਸਾਧਾਰਨ ਹਾਂ, ਬਾਹਰੋਂ ਬਿਲਕੁਲ ਆਮ ਆਦਮੀ ਦੀ ਤਰ੍ਹਾਂ, ਕੋਈ ਵਿਸ਼ਿਸ਼ਟ ਨਹੀਂ ਹਾਂ। ਨਾ ਹੀ ਕੋਈ ਵਿਸ਼ਿਸ਼ਟ ਬਣਨ ਦੀ ਇੱਛਾ ਹੈ। ਜੇ ਵਿਸ਼ਿਸ਼ਟ ਬਣਨ ਦੀ ਇੱਛਾ ਹੈ ਨਾ, ਵੀ ਲੋਕ ਮੇਰਾ ਸਨਮਾਨ ਕਰਨ, ਆਦਰ ਦੇਣ, ਉਸਤਤ ਕਰਨ, ਤੇ ਫਿਰ ਲੋਕਾਂ ਦੇ ਹਿਸਾਬ ਦੇ ਨਾਲ ਬੋਲਣਾ ਪਊਗਾ। ਲੋਕ ਜੋ ਚਾਹੁੰਦੇ ਹਨ ਉਹ ਕਹਿਣਾ ਪਵੇਗਾ। ਫਿਰ ਤੇ ਲੋਕਾਂ ਦੇ ਪਿੱਛੇ ਚੱਲਣਾ ਪਵੇਗਾ। ਨਹੀਂ, ਜਿਵੇਂ ਰਾਜਨੀਤਿਕ ਚੱਲਦੇ ਹਨ, ਧਾਰਮਿਕ ਲੋਕ ਵੀ ਇੱਦਾਂ ਹੀ ਕਰ ਰਹੇ ਹਨ। ਲੋਕਾਂ ਨੂੰ ਖੁਸ਼ ਕਰਦੇ ਹਨ ਤਾਂ ਹੀ ਤੇ ਲੋਕ ਉਹਨਾਂ ਦੇ ਨਾਲ ਜੁੜਦੇ ਹਨ। ਧਾਰਮਿਕ ਪ੍ਰਚਾਰਕਾਂ ਦੇ ਨਾਲ ਕਿੰਨੇ ਹੁੰਦੇ ਹਨ ਨਾਲ ਉਹਨਾਂ ਦੇ ਲੋਕ, ਜਥਾ ਹੁੰਦਾ ਹੈ ਪੂਰਾ। ਪਰ ਮੈਂ ਬਿਲਕੁਲ ਇਕੱਲਾ ਵਿਚਰਦਾ ਹਾਂ। ਤੇ ਮੈਂ ਕਹਿੰਦਾ ਹਾਂ ਬਿਲਕੁਲ ਸਧਾਰਨ ਹੋਣਾ ਹੈ, ਬਿਲਕੁਲ ਸੁਭਾਵਿਕ ਹੋਣਾ ਹੈ। ਤੇ ਬਾਹਰੋਂ ਜੋ ਵੀ ਕਰਮ ਕਾਂਡ ਤੁਹਾਡੇ 'ਤੇ ਆਰੋਪਿਤ ਕੀਤੇ ਗਏ ਹਨ ਨਾ, ਉਹਨਾਂ ਸਾਰਿਆਂ ਨੂੰ ਛੱਡਣਾ ਹੈ ਤਾਂ ਤੁਸੀਂ ਸਹਿਜ ਹੋਵੋਗੇ, ਸਰਲ ਹੋਵੋਗੇ। ਤੇ ਜਿੰਨੇ ਸਹਿਜ ਤੇ ਸਰਲ ਹੋਵੋਗੇ ਤੇ ਆਪਣੇ ਮੂਲ ਵੱਲ ਨੂੰ ਜਾਓਗੇ। ਤੇ ਮੈਂ ਵੈਸੇ ਹੀ ਹਾਂ ਜੈਸੇ ਛੋਟਾ ਬੱਚਾ ਜੇ ਪੈਦਾ ਹੋਇਆ ਜਾਂ ਮਾਂ ਦੇ ਗਰਭ ਦੇ ਵਿੱਚ, ਉਹਦੀ ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਕੁਛ ਵੀ ਨਹੀਂ। ਪਰ ਉਸ ਬੱਚੇ ਦੇ ਵਿੱਚ ਫਿਰ ਵੀ ਫਰਕ ਹੈ, ਕਿਉਂਕਿ ਉਹ ਬੱਚਾ ਬਾਹਰ ਆ ਕੇ ਫਿਰ ਮਾਇਆ ਦੇ ਵਿੱਚ ਉਲਝ ਸਕਦਾ ਹੈ। ਲਿਵ ਛੁਟਕੀ ਲਾਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਏ, ਮਾਇਆ 'ਚ ਫਸ ਸਕਦਾ। ਪਰ ਜਿਹੜਾ ਜਾਣ ਕੇ ਮਾਇਆ ਤੋਂ ਪਾਰ ਗਿਆ ਹੈ ਨਾ, ਪਹੁੰਚ ਉਹ ਵੀ ਉੱਥੇ ਹੀ ਗਿਆ ਹੈ, ਸ਼ੁੱਧ ਹੋ ਗਿਆ।
ਸਾਫ਼ ਹੋ ਗਿਆ ਹੈ, ਖਾਲਸ ਹੋ ਗਿਆ। ਜਿਹੜਾ ਖਾਲਸ ਹੀ ਹੋ ਗਿਆ, ਅੰਦਰੋਂ ਸਾਫ਼ ਹੀ ਹੋ ਗਿਆ, ਉਹਨੂੰ ਕੀ ਕਹੋਗੇ? ਕਿਹੜੇ ਧਰਮ ਦਾ ਕਹੋਗੇ? ਜਿਹਦੇ ਅੰਦਰ ਕੁਛ ਵੀ ਨਹੀਂ ਹੈ, ਬਿਲਕੁਲ ਸਾਫ਼ ਹੋ ਗਿਆ, ਉਹ ਕਿਸੇ ਵੀ ਧਰਮ ਦਾ ਨਹੀਂ ਹੈ। ਬਾਹਰ ਉਹ ਤੇ ਵੈਸਾ ਹੀ ਹੈ ਜੈਸਾ ਪਰਮਾਤਮਾ ਨੇ ਚਾਹਿਆ ਹੈ, ਜੈਸਾ ਪੈਦਾ ਕੀਤਾ ਹੈ, ਬਸ ਵੈਸਾ ਹੀ ਹੈ। ਲੋਕ ਕਈ ਵਾਰ ਬਾਹਰ ਯਾਤਰਾ 'ਤੇ ਵੀ ਮੈਂ ਜਦੋਂ ਹੁੰਨਾ, ਕਈ ਪੁੱਛ ਲੈਂਦੇ ਹਨ, ਕਿਉਂਕਿ ਪਹਿਰਾਵੇ 'ਚੋਂ ਪਹਿਚਾਣ 'ਚ ਨਹੀਂ ਆਉਂਦਾ ਹੈ ਆਦਮੀ। ਦੇਖਦੇ ਰਹਿੰਦੇ ਹਨ, ਨਹੀਂ ਪਹਿਚਾਣ 'ਚ ਆਇਆ, ਪੁੱਛਦੇ ਹਨ ਤੁਸੀਂ ਕੌਣ ਹੋ? ਮੈਂ ਕਿਹਾ ਵੀ ਦੱਸਣਾ ਬੜਾ ਔਖਾ ਕੌਣ। ਇਹ ਤਾਂ ਇਉਂ ਹੀ ਹੋਇਆ ਜਿਵੇਂ ਕਹਿੰਦੇ ਰਜਾਈ ਆਪਣੀ ਕੁਟੀਆ ਦੇ ਵਿੱਚ ਬੈਠਾ ਹੋਇਆ ਸੀ, ਬਾਹਰੋਂ ਕੋਈ ਮਿਲਣ ਵਾਸਤੇ ਆਦਮੀ ਆਇਆ, ਉਹਨੇ ਆਵਾਜ਼ ਦਿੱਤੀ, ਅੰਦਰੇ ਹੀ ਹੋ? ਉਹ ਕਹਿੰਦਾ ਹੈ ਤੇ ਅੰਦਰੇ ਹੀ, ਪਰ ਜਿਹਨੂੰ ਤੂੰ ਲੱਭਦਾ ਹੈ ਨਾ, ਉਹਨੂੰ ਮੈਂ ਵੀ ਖੋਜ ਰਿਹਾ ਹਾਂ, ਮੈਨੂੰ ਵੀ ਨਹੀਂ ਲੱਭ ਰਿਹਾ। ਫਿਰ ਰੰਜਾਈ ਕਿੱਥੇ ਹੈ? ਬੁੱਲਿਆ ਕੀ ਜਾਣਾ ਮੈਂ ਕੌਣ? ਜੋ ਬਾਹਰ ਤੁਸੀਂ ਦੇਖਦੇ ਹੋ, ਇਹ ਮੈਂ ਨਹੀਂ ਹਾਂ। ਇਹ ਤੁਸੀਂ ਵੀ ਨਹੀਂ ਹੋ ਜੋ ਤੁਸੀਂ ਸਮਝ ਰਹੇ ਹੋ ਆਪਣੇ ਆਪ ਨੂੰ, ਇਹ ਵੀ ਖਿਆਲ ਵਿੱਚ ਰੱਖ ਲਓ। ਜੋ ਤੁਸੀਂ ਆਪਣੇ ਆਪ ਨੂੰ ਬਾਹਰ ਸਮਝ ਰਹੇ ਹੋ ਨਾ, ਇਹ ਕੁਛ ਵੀ ਤੁਸੀਂ ਨਹੀਂ ਹੋ। ਨਾ ਤੁਹਾਡਾ ਇਹ ਧਰਮ ਹੈ, ਨਾ ਜਾਤੀ ਹੈ, ਨਾ ਸਰੀਰ ਹੈ, ਨਾ ਕੁਛ ਵੀ ਨਹੀਂ, ਪਰ ਸਮਝ ਰਹੇ ਹੋ ਤੁਸੀਂ। ਸਮਝ ਕੇ ਹੀ ਇਹ ਸਮਝ ਦੇ ਵਿੱਚ ਅਟਕੇ ਹੋਏ ਹੋ। ਅਤੇ ਜਿਹੜਾ ਇਹ ਸਮਝ ਨੂੰ ਛੱਡ ਦਿੰਦਾ ਹੈ, ਬਾਹਰ ਦੀ ਸਮਝ ਨੂੰ, ਵੀ ਇਹ ਮੈਂ ਨਹੀਂ ਹਾਂ ਜੋ ਮੈਂ ਸਮਝਿਆ ਹੋਇਆ, ਨਾ ਮੇਰੀ ਕੋਈ ਜਾਤੀ ਹੈ, ਨਾ ਕੋਈ ਪਾਤੀ ਹੈ, ਨਾ ਕੋਈ ਧਰਮ ਹੈ, ਨਾ ਕੋਈ ਕਰਮ ਹੈ, ਬਾਹਰਲਾ ਕੁਛ ਵੀ ਮੈਂ ਨਹੀਂ। ਜੇ ਮੈਂ ਹੈ ਹੀ ਨਹੀਂ ਬਾਹਰਲਾ ਕੁਛ, ਅਗਰ ਤੁਸੀਂ ਬਾਹਰਲਾ ਟੋਟਲੀ ਛੱਡਦੇ ਹੋ, ਫਿਰ ਉਹ ਵਾਸਤਵਿਕ ਤੁਹਾਨੂੰ ਮਿਲਣਾ ਸ਼ੁਰੂ ਹੋ ਜੂ। ਇਹਨੂੰ ਮੈਂ ਕਹਿੰਦਾ ਨਾ ਬੁੱਧੀ ਛੱਡਣ। ਬੁੱਧੀ ਬਾਹਰਲੇ ਕਰਮਾਂ ਕਾਂਡਾਂ 'ਚ ਤੁਹਾਡੀ ਜੀ ਰਹੀ, ਬਾਹਰਲੀ ਵਿਚਾਰਧਾਰਾ 'ਚ ਜੀ ਰਹੀ, ਅਤੇ ਵਿਚਾਰਧਾਰਾ ਨੂੰ ਛੱਡ ਦਿੱਤਾ, ਬਾਹਰਲਾ ਹੈ ਹੀ ਨਹੀਂ ਮੈਂ।